ਤੇ ਅਸੀਂ ਇੱਥੇ ਡਟੇ ਹੋਏ ਆ। ਭਾਜਪਾ ਦੇ ਜਿਹੜੇ ਗੁੰਡੇ ਆਉਣਗੇ ਅਸੀਂ ਉਹਨਾਂ ਨੂੰ ਭਜਾਵਾਂਗੇ ਤੇ ਤੁਸੀਂ ਮੂੰਹ ਤੋੜ ਜਵਾਬ ਦੇਵਾਂਗੇ। ਵੇਖੋ ਕਿਵੇਂ ਭਜਦੇ ਆ। ਉੱਦੇ ਅਸੀਂ ਗਏ, ਸਾਰੇ ਨਿਹੰਗ ਸਿੰਘ ਫੌਜਾਂ ਗਈਆਂ, ਅਸੀਂ ਸਾਰਾ ਉੱਥੇ ਜਾ ਕੇ ਉਹਨਾਂ ਨੂੰ ਦਵਲਿਆ। ਉੱਥੋਂ ਜਿਹੜੇ ਕਹਿੰਦੇ ਸੀ ਅਸੀਂ ਤੁਹਾਨੂੰ ਕੱਲ ਨੂੰ 12 ਵਜੇ ਠਾ ਦੇਣਾ ਹੈ। ਕੋਈ ਗੱਲ ਨਹੀਂ, ਇਹਨਾਂ ਨੂੰ ਜੋ ਆਪਣੀ ਕਾਰਵਾਈ ਕਰਨ ਦਿਓ, ਅਸੀਂ ਆਪਣੀ ਕਾਰਵਾਈ ਕਰਾਂਗੇ। ਫੌਜਾਂ ਤਿਆਰ ਨੇ ਜੀ। ਸਾਡਾ ਜਿਹੜਾ ਜਵਾਨ ਆ ਉਹ ਬਾਰਡਰਾਂ ਤੇ ਖੜਾ, ਚੀਨ ਦੇ ਜਦੋਂ ਜਾਂਦੇ ਆ ਜੰਗ ਵੇਲੇ, ਉਦੋਂ ਸਾਡਾ ਜਿਹੜਾ ਕੇਸਰੀ ਨਿਸ਼ਾਨ ਆ ਉਹ ਝੂਲਦਾ। ਉਹ ਪੰਥ ਦਾ, ਨਾ ਕਿਸੇ ਪਾਰਟੀ ਦਾ, ਨਾ ਕਿਸੇ ਧੜੇ ਦਾ। ਕੈਨੇਡਾ ਅਮਰੀਕਾ ਦੇ ਵਿੱਚ ਵੀ ਸਾਡਾ ਉਹ ਨਿਸ਼ਾਨ ਸਾਹਿਬ ਜਿਹੜਾ ਝੂਲਦਾ। ਇਹ ਲੋਕ ਜਦੋਂ ਆਪਣੀ ਆਈ ਤੇ ਆ ਗਏ, ਇਹਨੂੰ ਕੁਰਸੀ ਤੋਂ ਫੜ ਕੇ ਮੋਦੀ ਨੂੰ ਥੱਲੇ ਛੱਟ ਲੈਣਗੇ। ਅਮਿਤ ਸ਼ਾਹ ਵਰਗਿਆਂ ਨੂੰ ਇਹਨੂੰ ਹੋਸ਼ ਦੇ ਵਿੱਚ ਆਉਣਾ ਚਾਹੀਦਾ। ਲੋਕਾਂ ਦੀ ਜਿਹੜੀ ਆਵਾਜ਼ ਸੁਣਨੀ ਚਾਹੀਦੀ ਹੈ। ਸਰਕਾਰ ਆ ਜਿਹੜੀ ਉਹ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਉਹ ਹਿਟਲਰ ਵਾਲੀ ਨੀਤੀ ਤੇ ਜਿਹੜੀ ਆ ਚੁੱਕੀ ਹੈ। ਪਰ ਇਹ ਜਿਹੜੇ ਲੋਕ ਹੈ, ਕਿਸਾਨ ਹੈ, ਇਹ ਘਬਰਾਉਣ ਵਾਲੇ ਨਹੀਂ। ਇਹ ਸੰਘਰਸ਼ ਦੇ ਵਿੱਚ ਸਾਰੇ ਲੋਕਾਂ ਨੂੰ ਕੁੱਦਣਾ ਚਾਹੀਦਾ ਹੈ। ਜਿਹੜਾ ਵੀ ਰੋਟੀ ਖਾਂਦਾ ਉਹਦੇ ਵਾਸਤੇ ਮੁਸ਼ਕਲ ਹੋ ਜਾਏਗਾ ਜੇ ਅਸੀਂ ਅੱਜ ਨਾ ਜਾਗੇ, ਜੇ ਅੱਜ ਇਹ ਨਾ ਉੱਠੇ ਸਾਡੇ ਕਿਸਾਨ ਆਗੂਆਂ ਦੀ ਆਵਾਜ਼ ਸੁਣ ਕੇ, ਫਿਰ ਤੁਹਾਨੂੰ ਪਛਤਾਉਣਾ ਪਊਗਾ। ਆ ਫੌਜਾਂ ਜਿਹੜੀਆਂ ਉਹ ਤਿਆਰ ਪ੍ਰਤਾਰ ਆ। ਜੋ ਭਾਜਪਾ ਦੇ ਗੁੰਡੇ RSS ਵਾਲੇ ਜਿਹੜੇ ਪਹਿਲਾਂ ਜਿਵੇਂ ਸ਼ਹੀਨ ਬਾਗ ਦੇ ਵਿੱਚ ਮੁਸਲਮਾਨ ਭਰਾਵਾਂ ਦਾ ਸੰਘਰਸ਼ ਸੀ ਜਿਹੜਾ ਨਾਗਰਿਕਤਾ ਸੋਧ ਬਾਰੇ, ਉਹ ਦਬਾਤਾ। ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਲੋਕ ਦਬਾਤੇ, ਉੱਥੋਂ ਦੇ ਆਗੂ ਸੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕਰਤੇ। ਪਰ ਜਿਹੜੇ ਇਹ ਲੋਕ ਆ ਇਹ ਦਬਣ ਵਾਲੇ ਨਹੀਂ। ਸਪਰਿੰਗ ਹੁੰਦਾ, ਉਹਨੂੰ ਜਿੰਨਾ ਦਬਾਓਗੇ ਉਹ ਇੱਕੇ ਦਮ ਜਿਹੜਾ ਤੜ ਦੇ ਨਾਲ ਤਾਂ ਨੂੰ ਉੱਠੇਗਾ। ਪੰਜਾਬ ਦੇ ਵਿੱਚ ਚੁੱਪ ਬੈਠੇ ਆ ਲੀਡਰ। ਕੀ ਗੱਲ ਇੱਥੇ ਆ ਕੇ ਮਗਰ ਬੈਠ ਨਹੀਂ ਸਕਦੇ ਇਹ ਸਾਰੇ? ਜੇ 2 ਦਿਨ ਨਾ ਬੋਲਣਗੇ ਕਿੱਡੀ ਕੀ ਗੱਲ ਹੈ? ਇਹ ਜਿਹੜੇ ਸਿਆਸੀ ਆਗੂ ਆ ਇਹਨਾਂ ਤੇ ਨਿਗਾਹ ਰੱਖਣੀ ਪਊਗੀ। ਜਿਹੜੇ ਅਸਤੀਫਾ ਦੇ ਕੇ ਆਉਂਦੇ ਦੁਬਾਰਾ ਫੇਰ ਉੱਥੇ ਚਲੇ ਜਾਣਾ ਉਹਨਾਂ ਨੇ। ਇਹ ਵੀ ਇੱਕ ਜਿਹੜਾ ਸਟੰਟ ਤੌਰ ਤੇ ਸਾਨੂੰ ਵੇਖਣਾ ਪਊਗਾ। ਇਹਨਾਂ ਨੇ ਦਸਤਖਤ ਕੀਤੇ ਆ, ਹੁਣ ਇਹ ਵੋਟਾਂ ਦੇ ਵਿੱਚ ਫਿਰਦੇ ਆ। ਕੀ ਇਹ ਲੋਕਾਂ ਦੇ ਪੈਸੇ ਦੇ ਨਾਲ ਸੜਕਾਂ ਬਣੀਆਂ ਤੇ ਕੀ ਸੁਪਰੀਮ ਕੋਰਟ ਨੂੰ ਦੀਦਾ ਨਹੀਂ ਵੀ ਸੜਕਾਂ ਪੱਟ ਰਹੇ ਆ? ਜੇ ਕੋਈ ਆਮ ਬੰਦਾ ਕੋਈ ਸਰਕਾਰੀ ਪ੍ਰਾਪਰਟੀ ਨੂੰ ਮਾੜਾ ਮੋਟਾ ਹੱਥ ਪਾਵੇ ਤੇ ਉਹ ਤੇ ਤੁਰੰਤ ਪਰਚਾ ਦਰਜ ਹੋ ਜਾਂਦਾ ਹੈ। ਪੰਜਾਬ ਵੀ ਬੋਲਦੇ ਇਲਾਕੇ ਖੋਲੇ, ਚੰਡੀਗੜ੍ਹ ਰਾਜਧਾਨੀ ਖੋਲੀ, ਸਾਡਾ ਆਨੰਦ ਮੈਰਿਜ ਐਕਟ ਖੋਲਿਆ, ਸਾਡੇ ਜਿਹੜੇ ਨੌਜਵਾਨ ਸੀ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਤੇ। ਸੁਪਰੀਮ ਕੋਰਟ ਕੋਈ ਕੇਸ ਨਹੀਂ ਚੱਲਿਆ। ਸਾਡੇ ਧਰਮਾਂ ਦੀ ਬੇਅਦਬੀ ਉੱਥੇ ਕਰਤੀ, ਕੋਈ CBI ਨਹੀਂ ਸੁਣਦਾ। ਸਾਰੇ ਮੂੰਹ ਬੰਦ ਕਰੀ ਬੈਠੇ ਆ। ਅਸੀਂ ਕਿੱਥੇ ਜਾਈਏ? ਕਿਸਾਨ ਅੰਦੋਲਨ ਜਾਰੀ ਹੈ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ। 70 ਤੋਂ ਵੱਧ ਦਿਨ ਹੋ ਚੁੱਕੇ ਨੇ। ਨਿਹੰਗ ਸਿੰਘ ਦੀਆਂ ਫੌਜਾਂ ਹਾਲੇ ਵੀ ਸਭ ਤੋਂ ਮੂਹਰੇ ਡਟੀਆਂ ਹੋਈਆਂ ਨੇ। ਕਾਕਾ ਲਦੇਨ ਤੇ ਬਾਬਾ ਰਣਜੀਤ ਸਿੰਘ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ, ਗੱਲਬਾਤ ਕਰਾਂਗੇ। ਕਾਕਾ ਲਦੇਨ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਸੰਘਰਸ਼ ਲੰਮਾ ਚੱਲ ਰਿਹਾ, ਹਾਲ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਤੇ ਨਹੀਂ ਆ ਰਹੀ। ਕੀ ਸੋਚਿਆ, ਅਗਲੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਪੰਥ ਅਕਾਲੀ ਬੋਡਾ ਦਲ ਚੱਲਦਾ ਵੀਰ ਚੱਕਰਵਰਤੀ, 5ਵਾਂ ਤਖਤ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ, ਉਹਨਾਂ ਦੀ ਅਗਵਾਈ ਵਿੱਚ ਇਹ ਸਾਰਾ ਪ੍ਰੋਸੀਜਰ ਦਾ ਫਸਟ ਟਾਈਮ ਹੀ ਮਤਲਬ ਅਸੀਂ ਇੱਥੇ ਇੱਥੇ ਰੁਕੇ ਹੋਏ ਸੀ, ਮੋਰਚੇ ਲਾਏ ਸੀ ਫਸਟ ਟਾਈਮ ਹੀ, ਪਹਿਲੇ ਦਿਨ ਤੋਂ ਹੀ। ਹਾਂਜੀ। ਇਹ ਕੋਈ ਗੱਲ ਨਹੀਂ, ਇਹਨਾਂ ਨੂੰ ਜੋ ਆਪਣੀ ਕਾਰਵਾਈ ਕਰਨ ਦਿਓ, ਅਸੀਂ ਆਪਣੀ ਕਾਰਵਾਈ ਕਰਾਂਗੇ। ਫੌਜਾਂ ਤਿਆਰ ਨੇ ਜੀ। ਬਾਕੀ ਬਾਬਾ ਰਣਜੀਤ ਸਿੰਘ ਜੀ ਆਪਣੇ ਨਾਲ ਨੇ, ਤੁਹਾਨੂੰ ਸਾਰਾ ਡਿਟੇਲ ਦੱਸ ਦਿੰਦੇ ਨੇ। ਜਿਵੇਂ ਬਿਉਂਤਬੰਦੀ ਹੋਊ ਸਾਡੀ, ਉਹ ਤੁਹਾਨੂੰ ਕੋਈ ਗੱਲ ਨਹੀਂ ਆਪਣੇ ਆਉਣ ਵਾਲੇ ਸਮੇਂ ਦੱਸ ਦਿਆਂਗੇ ਜੀ। ਬਾਬਾ ਰਣਜੀਤ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਸੰਘਰਸ਼ ਲੰਮਾ ਚੱਲ ਰਿਹਾ ਤੇ ਕੀ ਲੱਗ ਰਿਹਾ, ਤੁਹਾਡੀ ਦੂਰਦ੍ਰਿਸ਼ਟੀ ਕੀ ਕਹਿ ਰਹੀ ਹੈ? ਕੀ ਸਿੱਟਾ ਨਿਕਲਣ ਵਾਲਾ ਇਸ ਸੰਘਰਸ਼ ਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਉਂਤਬੰਦੀ ਸਾਡੀ ਇਹੀ ਹੈ, ਅਸੀਂ ਲਗਾਤਾਰ ਇੱਥੇ ਜਿਹੜਾ ਡਟੇ ਹੋਏ ਹਾਂ ਸ਼ਾਂਤਮਈ ਤਰੀਕੇ ਦੇ ਨਾਲ। ਧਾਰਾ 14, 19, 21 ਦੇ ਮੁਤਾਬਕ ਸਾਨੂੰ ਹੱਕ ਹੈ ਰੋਸ ਕਰਨ ਦਾ। ਜਦ ਕਿ ਸਰਕਾਰ ਆ ਜਿਹੜੀ ਉਹ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਉਹ ਹਿਟਲਰ ਵਾਲੀ ਨੀਤੀ ਤੇ ਜਿਹੜੀ ਆ ਚੁੱਕੀ ਹੈ। ਪਰ ਇਹ ਜਿਹੜੇ ਲੋਕ ਹੈ, ਕਿਸਾਨ ਹੈ, ਇਹ ਘਬਰਾਉਣ ਵਾਲੇ ਨਹੀਂ। ਇਹ ਲੜਨਾ ਜਾਣਦੇ ਆ, ਮਰਨਾ ਜਾਣਦੇ ਆ, ਸੰਘਰਸ਼ ਕਰਨਾ ਜਾਣਦੇ ਆ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਬਰ ਆਖਿਆ ਸੀ। ਉਸ ਸਮੇਂ ਮਲਕ ਭਾਗੋ ਦੇ ਜਿਹੜੇ ਟੋਲੇ ਸੀ ਉਹ ਗਲਤ ਨੀਤੀਆਂ ਤੇ ਉਤਰ ਆਏ ਸੀ ਤੇ ਭਾਈ ਲਾਲੋ ਦੇ ਵਾਰਸ ਵੀ ਜਿਹੜੇ ਉਹ ਜਿਉਂਦੇ ਅੱਜ। ਤੇ ਪਰ ਸਰਕਾਰ ਆ ਜਿਹੜੀ ਉਹ ਧੋਖੇ ਦੇ ਵਿੱਚ ਰੱਖ ਰਹੀ ਹੈ। ਪਹਿਲਾਂ 11 ਮੀਟਿੰਗਾਂ ਹੋਈਆਂ, ਕਿਸਾਨ ਵੀ ਗਏ, ਕੋਈ ਏਜੰਡਾ ਨਹੀਂ ਦਿੱਤਾ ਗਿਆ ਤੇ ਉਹਨਾਂ ਨੇ ਧੋਖੇ ਦੇ ਵਿੱਚ ਰੱਖਿਆ। ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਵੀ ਕਾਨੂੰਨ ਸਹੀ ਹੈ। ਗਰੇਵਾਲ ਵੀ ਹੁਣ ਬੋਲ ਰਿਹਾ ਵੀ ਕੋਈ ਜਿਹੜਾ ਉਹ ਕਾਨੂੰਨ ਰੱਦ ਨਹੀਂ ਹੋਣਗੇ, ਪਰ ਇਹ ਲੋਕ ਕਾਨੂੰਨ ਰੱਦ ਕਰਵਾ ਕੇ ਹਟਣਗੇ। ਇੱਥੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ, ਇਹ ਸੰਘਰਸ਼ ਦੇ ਵਿੱਚ ਸਾਰੇ ਲੋਕਾਂ ਨੂੰ ਕੁੱਦਣਾ ਚਾਹੀਦਾ ਹੈ। ਜਿਹੜਾ ਵੀ ਰੋਟੀ ਖਾਂਦਾ ਉਹਦੇ ਵਾਸਤੇ ਮੁਸ਼ਕਲ ਹੋ ਜਾਏਗਾ ਜੇ ਅਸੀਂ ਅੱਜ ਨਾ ਜਾਗੇ, ਜੇ ਅੱਜ ਇਹ ਨਾ ਉੱਠੇ ਸਾਡੇ ਕਿਸਾਨ ਆਗੂਆਂ ਦੀ ਆਵਾਜ਼ ਸੁਣ ਕੇ, ਫਿਰ ਤੁਹਾਨੂੰ ਪਛਤਾਉਣਾ ਪਊਗਾ। ਅੱਜ ਤੁਸੀਂ ਦਿੱਲੀ ਸਿੰਘੂ ਬਾਰਡਰ ਤੇ ਪਹੁੰਚ ਜਾਓ, ਕਿਉਂਕਿ ਸੰਘਰਸ਼ ਚੱਲਦਾ ਹੈ।
ਉਤਰਾ ਚੜਾ ਆਉਂਦੇ ਰਹਿੰਦੇ ਆ। ਆਪਣਾ ਪੁਰਾਣਾ ਇਤਿਹਾਸ ਜਿਹੜਾ ਚੁੱਕ ਕੇ ਵੇਖ ਲਓ, ਬੜਾ ਕੁਝ ਹੋਇਆ ਕਿਤੇ ਥੱਲੇ ਕਿਤੇ ਤਾਂ, ਇਹਦੇ ਵਿੱਚ ਨਹੀਂ ਪੈਣਾ ਚਾਹੀਦਾ ਤੇ ਨਾ ਅਫਵਾਹਾਂ ਵੱਲ ਸਾਨੂੰ ਜਾਣਾ ਚਾਹੀਦਾ। ਸਰਕਾਰ ਨੇ ਆਪਦੇ ਪ੍ਰਬੰਧ ਕਰਨੇ ਆ ਤੇ ਫੌਜਾਂ ਜਿਹੜੀਆਂ ਉਹ ਤਿਆਰ ਪ੍ਰਤਾਰ ਆ। ਜੋ ਭਾਜਪਾ ਦੇ ਗੁੰਡੇ RSS ਵਾਲੇ ਜਿਹੜੇ ਪਹਿਲਾਂ ਜਿਵੇਂ ਸ਼ਹੀਨ ਬਾਗ ਦੇ ਵਿੱਚ ਮੁਸਲਮਾਨ ਭਰਾਵਾਂ ਦਾ ਸੰਘਰਸ਼ ਸੀ ਜਿਹੜਾ ਨਾਗਰਿਕਤਾ ਸੋਧ ਬਾਰੇ, ਉਹ ਦਬਾਤਾ। ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਲੋਕ ਦਬਾਤੇ, ਉੱਥੋਂ ਦੇ ਆਗੂ ਸੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕਰਤੇ। ਪਰ ਜਿਹੜੇ ਇਹ ਲੋਕ ਆ ਇਹ ਦਬਣ ਵਾਲੇ ਨਹੀਂ, ਸਪਰਿੰਗ ਹੁੰਦਾ, ਉਹਨੂੰ ਜਿੰਨਾ ਦਬਾਓਗੇ ਉਹ ਇੱਕੇ ਦਮ ਜਿਹੜਾ ਤੜ ਦੇ ਨਾਲ ਤਾਂ ਨੂੰ ਉੱਠੇਗਾ। ਇਹ ਲੋਕ ਦਬਣ ਵਾਲੇ ਨਹੀਂ। ਉਹਦੇ ਅਸੀਂ ਗਏ, ਸਾਰੇ ਨਿਹੰਗ ਸਿੰਘ ਫੌਜਾਂ ਗਈਆਂ, ਅਸੀਂ ਸਾਰਾ ਉੱਥੇ ਜਾ ਕੇ ਉਹਨਾਂ ਨੂੰ ਦਬਲਿਆ। ਉੱਥੋਂ ਜਿਹੜੇ ਕਹਿੰਦੇ ਸੀ ਅਸੀਂ ਤੁਹਾਨੂੰ ਕੱਲ ਨੂੰ 12 ਵਜੇ ਠਾ ਦੇਣਾ ਹੈ। ਇਹ ਜਿਹੜੀ ਕੌਮ ਹੈ ਇਹ ਡਰਨ ਵਾਲੀ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਾਨੂੰ ਜ਼ਮੀਨਾਂ ਜਾਇਦਾਦਾਂ ਦੇ ਵਾਰਸ ਬਣਾਇਆ। ਇਹ ਵੀ ਲੋਕ ਉਹ ਜ਼ਮੀਨਾਂ ਦੇ ਵਿੱਚੋਂ ਫਸਲਾਂ ਉੱਗੀਆਂ ਹੋਈਆਂ ਉਹ ਜਿਹੜਾ ਰੋਟੀ ਖਾਂਦੇ ਆ, ਪੇਟ ਭਰਦੇ ਆ। ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਅਸੀਂ ਕਿਸੇ ਕੌਮ ਦੇ ਖਿਲਾਫ ਨਹੀਂ, ਕੋਈ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਕਿਸੇ ਨੇ ਵੀ। ਇਸ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਅਸੀਂ 93% ਕੁਰਬਾਨੀਆਂ ਦਿੱਤੀਆਂ। ਸਾਡਾ ਜਿਹੜਾ ਜਵਾਨ ਆ ਉਹ ਬਾਰਡਰਾਂ ਤੇ ਖੜਾ, ਚੀਨ ਦੇ ਜਦੋਂ ਜਾਂਦੇ ਆ ਜੰਗ ਵੇਲੇ, ਉਦੋਂ ਸਾਡਾ ਜਿਹੜਾ ਕੇਸਰੀ ਨਿਸ਼ਾਨ ਆ ਉਹ ਝੂਲਦਾ। ਉਹ ਪੰਥ ਦਾ, ਨਾ ਕਿਸੇ ਪਾਰਟੀ ਦਾ, ਨਾ ਕਿਸੇ ਧੜੇ ਦਾ। ਕੈਨੇਡਾ ਅਮਰੀਕਾ ਦੇ ਵਿੱਚ ਵੀ ਸਾਡਾ ਉਹ ਨਿਸ਼ਾਨ ਸਾਹਿਬ ਜਿਹੜਾ ਝੂਲਦਾ। ਇਹਦੇ ਵਿੱਚ ਕੋਈ ਪੈਣ ਦੀ ਲੋੜ ਨਹੀਂ। ਇਹ ਸਭ ਜਿਹੜਾ ਭਾਜਪਾ RSS ਬਜਰੰਗ ਦਲ ਉਹ ਸਾਰੇ ਕਰ ਰਹੇ ਆ, ਇਹ ਸੰਘਰਸ਼ ਨੂੰ ਗਲਤ ਰੂਪ ਦੇ ਰਹੇ ਆ। ਪਹਿਲਾਂ ਕਿਉਂਕਿ ਇਹਨਾਂ ਨੇ ਜਿਹੜੇ ਸੰਘਰਸ਼ ਸੀ ਉਹਨਾਂ ਨੂੰ ਇਹ ਰੂਪ ਦੇ ਕੇ ਦਬਾਤਾ। ਪਰ ਇੱਥੇ ਭਾਰਤ ਦੇ ਲੋਕ ਆ, ਭਾਰਤ ਦੇ ਕਿਸਾਨ ਆ ਜਿਹੜੇ ਖੇਤੀ ਕਰਦੇ, ਜਿਨ੍ਹਾਂ ਨੇ ਦੁਨੀਆ ਦਾ ਢਿੱਡ ਭਰਿਆ ਅੰਨ ਪੈਦਾ ਕਰਕੇ ਤੇ ਹਰੀ ਕ੍ਰਾਂਤੀ ਵੀ ਲਿਆਂਦੀ ਹੈ। ਇਹ ਲੋਕਾਂ ਨੂੰ ਸਮਝ ਹੀ ਨਹੀਂ, ਨਾ ਸਾਡੀ ਸੁਪਰੀਮ ਕੋਰਟ ਸੁਣ ਰਿਹਾ, ਨਾ ਹਾਈ ਕੋਰਟ ਸੁਣ ਰਿਹਾ ਤੇ ਨਾ ਕੋਈ ਜੱਜ ਸੁਣ ਰਹੇ ਆ। ਸਾਰੇ ਚੁੱਪ ਬੈਠੇ ਆ। ਤੇ ਕੀ ਗੱਲ ਵੀ ਆ, ਜਿਹੜੇ ਦੁਖੀ ਆ, ਜਿਹੜਾ ਰਾਜਾ ਹੁੰਦਾ ਹੈ ਪ੍ਰਜਾ ਦਾ, ਉਹਨੂੰ ਪ੍ਰਜਾ ਦਿਸ ਨਹੀਂ ਰਹੀ। ਮਹਾਰਾਜਾ ਰਣਜੀਤ ਸਿੰਘ ਹੁੰਦੇ ਸੀ, ਉਹ ਜਾ ਕੇ ਘਰ ਘਰ ਵਹਿੰਦੇ ਸੀ, ਕੋਈ ਦੁਖੀ ਤਾਂ ਨਹੀਂ ਲੋਕ। ਇੱਥੇ ਤਾਂ ਸਾਰੀ ਮਨੁੱਖਤਾ ਹੀ ਦੁਖੀ ਬੈਠੀ ਹੈ। ਇਹ ਲੋਕ ਜਦੋਂ ਆਪਣੀ ਆਈ ਤੇ ਆ ਗਏ, ਇਹਨੂੰ ਕੁਰਸੀ ਤੋਂ ਫੜ ਕੇ ਮੋਦੀ ਨੂੰ ਥੱਲੇ ਛੱਟ ਲੈਣਗੇ। ਅਮਿਤ ਸ਼ਾਹ ਵਰਗਿਆਂ ਨੂੰ ਇਹਨੂੰ ਹੋਸ਼ ਦੇ ਵਿੱਚ ਆਉਣਾ ਚਾਹੀਦਾ। ਲੋਕਾਂ ਦੀ ਜਿਹੜੀ ਆਵਾਜ਼ ਸੁਣਨੀ ਚਾਹੀਦੀ ਹੈ। ਸੋ ਬਾਬਾ ਰਣਜੀਤ ਸਿੰਘ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਇਸ ਅੰਦੋਲਨ ਦੇ ਵਿੱਚ ਹੁਣ ਸਿਆਸਤਦਾਨਾਂ ਦੀ ਵੀ ਐਂਟਰੀ ਹੋ ਰਹੀ ਹੈ। ਗਾਜ਼ੀਪੁਰ ਬਾਰਡਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਵੀ ਪੁੱਜੇ ਉੱਥੇ ਤੇ ਭਾਈਵਾਲ ਰਹੇ ਨੇ ਭਾਜਪਾ ਦੇ, ਤੇ ਉਹਨਾਂ ਦੀ ਜਿਹੜੀ ਸਿਆਸਤਦਾਨਾਂ ਦੀ ਜਿਹੜੀ ਐਂਟਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਗੱਲ ਨੂੰ ਅਸੀਂ ਲੈਨੇ ਆ ਵੀ ਚੱਲ ਆਉਣਾ ਹਰੇਕ ਦਾ ਹੱਕ ਬਣਦਾ ਸੰਘਰਸ਼ ਦੇ ਵਿੱਚ। ਵੀ ਕੀ ਪਤਾ ਕੋਈ ਭਾਜਪਾ ਵਾਲਿਆਂ ਨੇ ਏਜੰਟ ਬਣਾ ਕੇ ਭੇਜਤਾ ਹੋਵੇ ਵੀ ਤੂੰ ਉੱਥੇ ਜਾ ਕੇ ਗੱਲ ਕਰ, ਕਿਉਂਕਿ ਇਹਨਾਂ ਨੇ ਤਾਂ ਕਾਨੂੰਨ ਪਾਸ ਕਰਵਾਏ ਆ। ਪੰਜਾਬ ਦੇ ਵਿੱਚ ਚੁੱਪ ਬੈਠੇ ਆ ਲੀਡਰ। ਕੀ ਗੱਲ ਇੱਥੇ ਆ ਕੇ ਮਗਰ ਬੈਠ ਨਹੀਂ ਸਕਦੇ ਇਹ ਸਾਰੇ? ਜੇ 2 ਦਿਨ ਨਾ ਬੋਲਣਗੇ ਕਿੱਡੀ ਕੀ ਗੱਲ ਹੈ? ਸਾਰੇ ਆਗੂ ਇੱਥੇ ਚੱਲ, ਇਹਨਾਂ ਨੂੰ ਟਾਈਮ ਮਿਲਿਆ ਇਹ ਬੋਲਣਗੇ, ਠੀਕ ਹੈ ਨਾ। ਅਸੀਂ ਤਾਂ ਸਾਰਿਆਂ ਨੂੰ ਆਨੇ, ਨੌਜਵਾਨ ਵੀ ਜਿਹੜੇ ਗਏ ਆ ਉਹ ਵੀ ਆਉਣ। ਇਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ 2 ਮਿੰਟ ਸਾਰਿਆਂ ਨੂੰ ਦੇ ਕੇ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਤੁਸੀਂ ਗੱਲ ਕਰਨੀ ਹੈ, ਸਾਰਾ ਕੁਝ ਤੁਸੀਂ ਕਰਨਾ ਹੈ। ਇਹ ਜਿਹੜੇ ਸਿਆਸੀ ਆਗੂ ਆ ਇਹਨਾਂ ਤੇ ਨਿਗਾਹ ਰੱਖਣੀ ਪਊਗੀ। ਜਿਹੜੇ ਅਸਤੀਫਾ ਦੇ ਕੇ ਆਉਂਦੇ ਦੁਬਾਰਾ ਫੇਰ ਉੱਥੇ ਚਲੇ ਜਾਣਾ ਉਹਨਾਂ ਨੇ। ਇਹ ਵੀ ਇੱਕ ਜਿਹੜਾ ਸਟੰਟ ਤੌਰ ਤੇ ਸਾਨੂੰ ਵੇਖਣਾ ਪਊਗਾ। ਇਹਨਾਂ ਨੇ ਦਸਤਖਤ ਕੀਤੇ ਆ, ਹੁਣ ਇਹ ਵੋਟਾਂ ਦੇ ਵਿੱਚ ਫਿਰਦੇ ਆ ਤੇ ਇਹਨਾਂ ਨੂੰ ਕੋਈ ਕਿਸਾਨਾਂ ਦਾ ਕੋਈ ਖਿਆਲ ਨਹੀਂ, ਸਿਰਫ ਡਰਾਮੇਬਾਜ਼ੀ ਕਰਦੇ ਆ। ਤੇ ਪਰ ਇੱਥੇ ਆਉਣ, ਸੱਚੇ ਦਿਲੋਂ ਆਉਣ, ਸੱਚੇ ਦਿਲੋਂ ਆ ਕੇ ਇੱਥੇ ਸਾਰੇ ਬੈਠ ਜਾਣ ਜਾਂ ਇਧਰਲਾ ਬਾਰਡਰ ਰੋਕ ਲੈਣ ਤੇ ਸਰਕਾਰ ਦੀਆਂ ਚੀਕਾਂ ਪਾ ਜਾਣਗੀਆਂ। ਸਿਆਸਤਦਾਨ ਜਦੋਂ ਆਉਂਦੇ ਨੇ ਇੱਥੇ, ਜਿਵੇਂ ਰਵਨੀਤ ਸਿੰਘ ਬਿੱਟੂ ਦੇ ਨਾਲ ਉੱਥੇ ਮਾਰਕੁੱਟ ਵੀ ਹੋਈ, ਤਸਵੀਰਾਂ ਸਭ ਦੇ ਸਾਹਮਣੇ ਆਈਆਂ, ਤੇ ਆਪਣੇ ਆਪ ਦੇ ਵਿੱਚ ਇੱਕ ਡਰ ਜਿਹਾ ਜ਼ਰੂਰ ਬਣਿਆ ਹੁੰਦਾ ਕਿ ਉੱਥੇ ਮਾਹੌਲ ਜ਼ਿਆਦਾ ਖਰਾਬ ਨਾ ਹੋ ਜੇ। ਫਿਰ ਕਿਸ ਢੰਗ ਨਾਲ ਇੱਥੇ ਆਣ, ਇੱਥੇ ਦਾ ਹਾਲੇ ਮਾਹੌਲ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਮਿਲ ਸਕੇਗਾ? ਬੜਾ ਬਿਲਕੁਲ ਨਹੀਂ ਵਿਗੜਦਾ। ਇੱਕਦਮ ਉੱਥੇ ਅਕਾਲ ਤਖਤ ਤੇ ਸਾਰੀ ਲੀਡਰਸ਼ਿਪ ਆ ਜਿਹੜੀ ਪੰਜਾਬ ਦੀ ਹੈ, ਥੱਲੇ ਤੋਂ ਲੈ ਕੇ ਪਾਰਟੀਆਂ ਜਾਂ ਛੋਟੇ ਧੜੇ ਆ ਜਿਹੜੇ ਕੋਈ ਵੀ ਆ, ਪੰਥਕ ਧੜੇ ਆ ਜਾਂ ਸਮਾਜਿਕ ਧੜੇ ਆ ਜਾਂ ਰਾਜਨੀਤਿਕ ਧੜੇ ਆ ਜਾਂ ਵੱਡੀਆਂ ਨੈਸ਼ਨਲ ਪਾਰਟੀਆਂ, ਉਹ ਅਕਾਲ ਤਖਤ ਤੇ ਜਾਣ ਵੀ ਅਸੀਂ ਅੱਜ ਤੋਂ ਜਿਹੜਾ ਸਿਆਸਤ ਛੱਡੀ ਉਨੇ ਸਮੇਂ ਵਾਸਤੇ, ਜਿੰਨਾ ਚਿਰ ਇਹ ਬਿੱਲ ਰੱਦ ਨਹੀਂ ਹੁੰਦੇ। ਤੇ ਸਾਰੇ ਕੋਈ ਲੋਕ ਉਹਨਾਂ ਨੂੰ ਕੋਈ ਵੀ ਕੁਛ ਨਹੀਂ ਆਂਦਾ ਤੇ ਇੱਥੇ ਆ ਕੇ ਬਹਿ ਜਾਣ, ਕੋਈ ਵੀ ਬੰਦਾ ਉਹਨਾਂ ਦਾ ਵਿਰੋਧ ਨਹੀਂ ਕਰੂਗਾ। ਠੀਕ, ਤੁਹਾਡਾ ਪਿੱਛੇ ਮੈਂ ਬਿਆਨ ਵੀ ਦੇਖਿਆ ਨਿਹੰਗ ਸਿੰਘ ਫੌਜਾਂ ਦਾ ਆਇਆ ਕਿ ਜੇ ਇੱਧਰ ਕਿਸੇ ਵੀ ਕਿਸਾਨਾਂ ਵੱਲ ਅੱਖ ਚੱਕ ਕੇ ਦੇਖਿਆ ਤੇ ਅਸੀਂ 33 ਦੇ 51 ਮੋੜਾਂਗੇ। ਤੇ ਤੁਸੀਂ ਇਹ ਵੀ ਗੱਲ ਆਖੀ ਸੀ, ਵਿੱਚੋਂ ਕਈ ਨਿਹੰਗ ਸਿੰਘਾਂ ਨੇ ਨਾਰਾਜ਼ਗੀ ਵੀ ਜਤਾਈ ਸੀ, ਕਿਸਾਨ ਆਗੂ ਜਿਹੜੇ ਹੈਗੇ ਨੇ ਸਾਡੇ ਕੋਲ ਗਿੜਾ ਮਾਰ ਕੇ ਨਹੀਂ ਗਏ। ਪਰ ਇਸ ਦੇ ਬਾਵਜੂਦ ਵੀ ਤੁਸੀਂ ਇੱਥੇ ਮੂਹਰੇ ਸਭ ਤੋਂ ਡਟੇ ਹੋਏ ਹੋ। ਜਿੰਨੀ ਦੇਰ ਸੰਘਰਸ਼ ਚੱਲੂਗਾ ਅੱਗੇ ਡਟੇ ਰਹੋਗੇ? ਬਿਲਕੁਲ ਜੀ, ਡਟੇ ਰਵਾਂਗੇ ਤੇ ਡਟੇ ਆ। ਪਹਿਲਾਂ ਤੋਂ ਹੀ ਅਸੀਂ ਜਿੱਦੇ ਸ਼ੰਭੂ ਬਾਰਡਰ ਤੋੜ ਕੇ ਇੱਥੇ ਐਂਟਰ ਹੋਏ ਆ, ਉਦੋਂ ਤੋਂ ਹੀ ਅਸੀਂ ਕਿਸਾਨ ਯੂਨੀਅਨ ਅੰਮ੍ਰਿਤਸਰ ਜੋ ਲਗਾਤਾਰ ਸੰਘਰਸ਼ ਕਰਦੀ ਹੈ। ਜਸਕਰਨ ਸਿੰਘ ਵਰਗੇ ਹੋਰ ਸਾਰੇ ਪਹਿਲਾਂ ਬਰਾਰੀ ਬੈਠੇ ਸੀ, ਕੋਈ ਸਿੰਘੂ ਵੱਟ, ਟਿਕਰੀ ਵੱਟ, ਸਾਰੇ ਪਹਿਲਾਂ ਪੰਜਾਬ ਦੇ ਵਿੱਚ ਸੰਘਰਸ਼ ਚੱਲਿਆ। ਉਦੋਂ ਤੋਂ ਲੈ ਕੇ ਅਸੀਂ ਲਗਾਤਾਰ ਇਸ ਸੰਘਰਸ਼ ਦੇ ਵਿੱਚ ਡਟੇ ਹੋਏ ਆ, ਕਿਉਂਕਿ ਕਿਸਾਨ ਜਿਹੜਾ ਉਹ ਸਿੱਖ ਹੈ, ਜਿਹੜਾ ਸਿੱਖ ਆ ਉਹ ਕਿਸਾਨ ਹੈ। ਤੇ ਇੱਥੇ ਮਹਾਂਪੁਰਖ ਜਿਵੇਂ ਦਲ ਪੰਥ ਸਾਰੇ ਇੱਥੇ ਸਾਰੇ ਵਰਗਾਂ ਦੇ ਲੋਕ, ਹਿੰਦੂ, ਈਸਾਈ, ਮੁਸਲਮਾਨ, ਸਾਰੇ ਭਰਾ
ਇੱਥੇ ਜਿਹੜੇ ਲੱਗੇ ਹੋਏ ਆ ਕਿਉਂਕਿ ਰੋਟੀ ਦਾ ਮਸਲਾ ਹੈ ਤੇ ਅਸੀਂ ਇੱਥੇ ਡਟੇ ਹੋਏ ਆ। ਭਾਜਪਾ ਦੇ ਜਿਹੜੇ ਗੁੰਡੇ ਆਉਣਗੇ ਅਸੀਂ ਉਹਨਾਂ ਨੂੰ ਭਜਾਵਾਂਗੇ ਤੇ ਤੁਸੀਂ ਮੂੰਹ ਤੋੜ ਜਵਾਬ ਦੇਵਾਂਗੇ। ਵੇਖੋ ਕਿਵੇਂ ਭਜਦੇ ਆ, ਪਰ ਅਸੀਂ ਸ਼ਾਂਤ ਆ, ਅਸੀਂ ਸ਼ਾਂਤੀ ਚਾਹੁੰਦੇ ਆ, ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਆ। ਸਰਕਾਰ ਆ ਰੋਕਾਂ ਲਾ ਰਹੀ ਹੈ, ਇਹਨਾਂ ਦਾ ਕੰਮ ਹੈ ਤੇ ਪਰ ਅਸੀਂ ਜਦੋਂ ਰੋਕਾਂ ਤੋੜਨੀਆਂ ਹੋਈਆਂ ਤੋੜ ਵੀ ਦੇਵਾਂਗੇ, ਪਰ ਨਹੀਂ ਜਿੰਨਾ ਚਿਰ ਆਗੂ ਆ ਜਿਹੜੇ ਸੰਯੁਕਤ ਮੋਰਚੇ ਦੇ ਆ ਜਾਂ ਇੱਧਰਲੀ ਸਟੇਜ ਵਾਲੇ ਆ ਸਾਰੇ ਜੋ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਫੈਸਲੇ ਦੇ ਨਾਲ ਆ ਤੇ ਅਸੀਂ ਖੜੇ ਆ। ਭਾਜਪਾ ਭੂਜਪਾ ਤੋਂ ਇਹ ਡਰਦੇ ਨਹੀਂ, ਪਹਿਲਾਂ ਵੀ ਇਹਨਾਂ ਦਾ ਜਿਹੜਾ ਘਰਾਂ ਦੇ ਵਿੱਚ ਵਾੜੇ ਹੋਏ ਆ ਤੇ ਅਸੀਂ ਸਾਰਾ ਇਹਨਾਂ ਨੂੰ ਦੱਸਿਆ ਹੋਇਆ ਵੀ ਤੁਸੀਂ ਜਿਹੜਾ ਇਹ ਨੀਤੀ ਹੈ ਜਿਹੜੀ ਇਹ ਤੁਹਾਡੀ ਗਲਤ ਹੈ, ਇਹਨੂੰ ਬਿੱਲ ਵਾਪਸ ਲਓ। ਗੱਲ ਆਖ ਰਹੇ ਹੋ ਕਿ ਜਿਵੇਂ ਤੁਸੀਂ ਸ਼ਾਂਤ ਹੋ, ਬਿਲਕੁਲ ਸ਼ਾਂਤ ਰਹੋਗੇ, ਪਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਜਿਸ ਤਰੀਕੇ ਨਾਲ ਕਿਸਾਨਾਂ ਦੇ ਰਾਹ ਦੇ ਵਿੱਚ ਕਿੱਲ ਗੱਡੇ ਜਾ ਰਹੇ ਨੇ, ਵੱਡੀਆਂ ਵੱਡੀਆਂ ਆਪਾਂ ਮੇਖਾਂ ਗੱਡੀਆਂ ਜਾ ਰਹੀਆਂ, ਸਰੀਏ ਗੱਡੇ ਜਾ ਰਹੇ ਨੇ, ਤੇ ਫਿਰ ਇੰਨੀ ਸਖਤੀ ਕਿਉਂ ਕੀਤੀ ਜਾ ਰਹੀ ਹੈ? ਕਿਉਂ, ਕਿਸ ਚੀਜ਼ ਦਾ ਡਰ ਲੱਗਦਾ ਪ੍ਰਸ਼ਾਸਨ ਨੂੰ? ਇਹ ਸਰਕਾਰ ਘਬਰਾਈ ਹੋਈ ਆ ਲੋਕਾਂ ਦੇ ਜਦੋਂ ਸੰਘਰਸ਼ ਤੋਂ। ਜਦੋਂ ਲੋਕ ਉੱਠਦੇ ਆ ਉਦੋਂ ਸਰਕਾਰ ਨੂੰ ਭਾਜੜ ਪੈ ਜਾਂਦੀ ਹੈ। ਇਹ ਸਰਕਾਰ ਜਿਹੜੀ ਏਡੇ ਏਡੇ ਤਕੜੇ ਪ੍ਰਬੰਧ ਕਰ ਰਹੀ ਹੈ, ਇੱਥੋਂ ਸਮਝ ਲਓ ਵੀ ਜਿਹੜਾ ਤੁਹਾਡਾ ਸੰਘਰਸ਼ ਹੈ ਉਹ ਪੂਰਾ ਜਿਹੜਾ ਇਹਨਾਂ ਦੇ ਉੱਤੇ ਦਬਾਅ ਬਣਿਆ ਹੋਇਆ ਹੈ। ਇਹ ਤਾਂ ਹੀ ਏਡੇ ਏਡੇ ਕਿੱਲ ਗੱਡ ਰਹੀ ਹੈ, ਤਾਂ ਹੀ। ਪਰ ਇਹ ਲੋਕਤੰਤਰ ਦਾ ਘਾਣ ਹੈ ਕਿ ਇਹ ਲੋਕਾਂ ਦੇ ਪੈਸੇ ਦੇ ਨਾਲ ਸੜਕਾਂ ਬਣੀਆਂ ਤੇ ਕੀ ਸੁਪਰੀਮ ਕੋਰਟ ਨੂੰ ਦੀਂਦਾ ਨਹੀਂ ਵੀ ਸੜਕਾਂ ਪੱਟ ਰਹੇ ਆ। ਜੇ ਕੋਈ ਆਮ ਬੰਦਾ ਕੋਈ ਸਰਕਾਰੀ ਪ੍ਰਾਪਰਟੀ ਨੂੰ ਮਾੜਾ ਮੋਟਾ ਹੱਥ ਪਾਵੇ ਤੇ ਉਹ 'ਤੇ ਤੁਰੰਤ ਪਰਚਾ ਦਰਜ ਹੋ ਜਾਂਦਾ ਹੈ ਵੀ ਸਰਕਾਰ ਨੂੰ ਦੀਂਦਾ ਨਹੀਂ ਇਹ ਵੀ ਸੜਕ ਪੱਟੀ ਪਈ ਹੈ। ਇਹ ਸਰਕਾਰੀ ਜਿਹੜੀ ਪ੍ਰਾਪਰਟੀ ਨੂੰ ਇੰਨਾ ਤਬਾਹ ਕੀਤਾ ਇਹਨਾਂ ਨੇ, ਇਹ ਬੰਦ ਕਰਤਾ। ਕੀ ਇਹਨਾਂ ਦੇ ਪਿਓ ਦੀ ਥੋੜ੍ਹਾ ਇਹ ਧਰਤੀ ਜ਼ਮੀਨ? ਇਹ ਸਾਡੇ ਵਾਰਸਾਂ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਨੇ ਸਾਰੀਆਂ ਇਹ ਜ਼ਮੀਨਾਂ ਜਿਹੜੀਆਂ ਜਾਇਦਾਦਾਂ ਉਹਨਾਂ ਨੂੰ ਲੁੱਟ ਕੇ ਇਹਨਾਂ ਨੇ ਇਹ ਬਣਾਈਆਂ। ਟੈਕਸ ਲੈਂਦੇ ਆ ਇੱਥੋਂ ਤੇ ਇੱਥੇ ਇਹਨਾਂ ਨੇ ਇਹ ਬੰਦ ਕਰਤੇ। ਇਹ ਜਿਹੜਾ ਸੰਵਿਧਾਨ ਦੀ ਧਾਰਾ ਜਿਹੜੀ ਹੈ ਉਹਦਾ ਇਹ ਕਾਨੂੰਨੀ ਉਲੰਘਣਾ ਇਹਨਾਂ ਨੇ ਕੀਤੀ। ਇਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ। ਜਿਹੜਾ ਲੋਕਾਂ ਦਾ ਇਹਨਾਂ ਨੇ ਰਾਹ ਬੰਦ ਕੀਤਾ, ਇਹ ਸਟੇਜ ਦਾ ਰਾਹ ਕਿਉਂ ਬੰਦ ਕੀਤਾ? ਇਹ ਖੋਲ੍ਹਣਾ ਚਾਹੀਦਾ ਹੈ। ਲੋਕਾਂ ਨੇ ਉੱਧਰ ਜਾਣਾ ਹੁੰਦਾ ਹੈ ਤੇ ਆਪਣੇ ਹੱਕਾਂ ਦੀ ਜਿਹੜੀ ਆਵਾਜ਼ ਆ ਉਹ ਉਠਾਉਣੀ ਹੁੰਦੀ ਹੈ। ਬਾਬਾ ਰਣਜੀਤ ਸਿੰਘ ਜੀ, ਜਿਸ ਵੇਲੇ ਲਾਲ ਕਿਲ੍ਹੇ ਦੇ ਵਿੱਚ ਜੋ ਵੀ ਘਟਨਾਕ੍ਰਮ ਵਾਪਰਿਆ ਮੈਂ ਵੀ ਉੱਥੇ ਸੀਗਾ ਤੇ ਜੋ ਦ੍ਰਿਸ਼ ਦੇਖਣ ਨੂੰ ਮਿਲਿਆ, ਮੈਂ ਉਸ ਵੇਲੇ ਸੋਚ ਰਿਹਾ ਸੀਗਾ ਕਿ ਪੰਜਾਬੀ ਔਰ ਨਿਹੰਗ ਸਿੰਘਾਂ ਦੀ ਕਿੰਨੀ ਬਹਾਦਰ ਕੌਮ ਹੈਗੀ ਹੈ, ਪਰ ਜਿਹੜੀ ਤਾਕਤ ਹੈਗੀ ਸੀ ਆਪਣੇ ਦੇਸ਼ ਦੇ ਵਿਰੁੱਧ ਲੱਗ ਰਹੀ ਸੀਗੀ। ਤੇ ਤੁਹਾਨੂੰ ਕੀ ਲੱਗਦਾ ਕਿ ਇਸ ਤਾਕਤ ਦੀ ਸਹੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਸਰਕਾਰਾਂ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ? ਸਰਕਾਰਾਂ ਨੂੰ ਕਦਮ ਬਸ ਕੀ ਆ ਵੀ ਬਿੱਲ ਰੱਦ ਕਰ ਦੇਣ, ਲੋਕਾਂ ਨੂੰ ਨਾ ਦੇਣ, ਲੋਕਾਂ ਦੇ ਹੱਕ 'ਚ ਖੜ ਜਾਣ। ਲੋਕਾਂ ਨੇ ਇਹਨਾਂ ਨੂੰ ਬਣਾਇਆ ਤੇ ਲੋਕਾਂ ਦੇ ਜਿਹੜੇ ਗੱਲ ਸੁਣ ਲੈਣ, ਦਰਦ ਸੁਣ ਲੈਣ। ਤੇ ਕਿਉਂਕਿ ਇਹ ਦੁਨੀਆ ਜਿਹੜੀ ਇਹ ਉਦੋਂ ਹੀ ਘਰਾਂ ਨੂੰ ਜਾ ਵੜੂਗੀ ਜਦੋਂ ਇਹਨਾਂ ਦੀ ਗੱਲ ਸੁਣ ਲਈ। ਉਸ ਘਟਨਾਕ੍ਰਮ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਥੱਲੇ ਕਮੈਂਟਸ ਦੇਖਣ ਨੂੰ ਮਿਲੇ ਕਿ ਇਹ ਨਿਹੰਗ ਸਿੰਘਾਂ ਦੀ ਫੌਜਾਂ ਨੂੰ, ਪੰਜਾਬੀਆਂ ਨੂੰ ਜੇ ਸਰਹੱਦਾਂ ਦੇ ਉੱਤੇ ਸਨਮਾਨ ਦਿੱਤਾ ਹੁੰਦਾ, ਡਟੇ ਹੁੰਦੇ ਤੇ ਪਾਕਿਸਤਾਨ ਤੇ ਚੀਨ ਦੀ ਜ਼ਰੂਰਤ ਨਹੀਂ ਪੈਣੀ ਸੀ, ਅੱਖ ਚੱਕ ਕੇ ਭਾਰਤ ਦੇ ਵੱਲ ਦੇਖ ਲੈਂਦੇ। ਤੇ ਕਈਆਂ ਨੇ ਦੁੱਖ ਵੀ ਜਤਾਇਆ ਕਿ ਲੇਕਿਨ ਅੱਜ ਜਿਹੜਾ ਮਾਹੌਲ ਬਣ ਚੁੱਕਿਆ ਕਿ ਇਹ ਤੱਕ ਜਿਹੜੀ ਸਾਡੇ ਦੇਸ਼ ਦੇ ਵਿਰੋਧੀ ਲੱਗ ਰਹੀ ਹੈਗੀ ਹੈ। ਕਿੱਥੇ ਕਮੀ ਲੱਗਦਾ, ਕਿੱਥੇ ਕਮੀ ਰਹਿ ਗਈ? ਕਿਉਂ ਇੱਦਾਂ ਸਾਰੇ ਦੇਸ਼ ਦੇ ਵਿੱਚ ਵਾਪਰ ਗਿਆ? ਸਰਕਾਰਾਂ ਦੀ ਕਮੀ ਲੱਗਦੀ ਹੈ ਜਾਂ ਤੁਹਾਨੂੰ ਕੁਝ ਹੋਰ ਕਮੀ ਲੱਗਦੀ ਹੈ ਇਸ ਵਿੱਚ? ਇਹ ਜਿਹੜੀਆਂ ਫੌਜਾਂ ਇਹ ਆਪਦੇ ਹੱਕ ਮੰਗਣ ਆਈਆਂ। ਇਹ ਨਾ ਕਿ ਦੇਸ਼ ਵਿਰੋਧੀ ਹੈ, ਨਾ ਕਿ ਅੱਤਵਾਦੀ ਹੈ, ਨਾ ਕੋਈ ਵੱਖਵਾਦੀ ਹੈ। ਇਹ ਤਾਂ ਆਪਦੇ ਹੱਕ ਮੰਗਦੀਆਂ। ਅਸੀਂ ਕੁਰਬਾਨੀਆਂ ਕੀਤੀਆਂ ਤੇ ਭਾਰਤ ਨੂੰ ਯਾਦ ਕਰਵਾਇਆ ਹੈ ਤੇ ਕਿੰਨੀਆਂ ਲਹਿਰਾਂ ਚੱਲੀਆਂ। ਕੂਕਾ ਲਹਿਰ ਚੱਲੀ, ਸਿੰਘ ਸਭਾ ਲਹਿਰ ਚੱਲੀ, ਅਕਾਲੀ ਬੱਬਰ ਲਹਿਰ ਚੱਲੀ ਤੇ ਜਾਂ ਪਗੜੀ ਸੰਭਾਲ ਜੱਟਾ ਲਹਿਰ ਚੱਲੀ। ਸਾਰੀਆਂ ਲਹਿਰਾਂ ਦੇ ਵਿੱਚ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਅੱਜ ਇਹਨਾਂ ਨੂੰ ਭੈੜੀ ਨਿਗਾਹ ਨਾਲ ਕਿਉਂ ਵੇਖਿਆ ਜਾਂਦਾ? ਜਦੋਂ ਕੋਈ ਸੰਘਰਸ਼ ਹੁੰਦਾ ਹੈ ਉਹਨੂੰ ਇਹ ਲੈਵਲ ਲਾ ਕੇ ਉਹਨੂੰ ਦਬਾ ਦਿੱਤਾ ਜਾਂਦਾ ਹੈ ਤੇ ਜਦ ਕਿ ਇਹ ਭਾਰਤ ਦਾ ਅੰਦੋਲਨ ਹੈ। ਇਸ ਨਿਗਾਹ ਨਾਲ ਸਰਕਾਰ ਨੂੰ ਵੇਖਣਾ ਚਾਹੀਦਾ। ਇਹ ਪੰਜਾਬ ਦੇ ਵਾਸੀ, ਅਸੀਂ ਦੇਸ਼ ਦੇ ਵਾਸੀ ਹਾਂ, ਇੱਥੋਂ ਦੇ ਜੰਮੇ ਜਾਏ ਹਾਂ ਅਸੀਂ। ਇਹ ਜਿਹੜੇ 2% ਵਾਲੇ ਆ ਤੇ ਇਹ ਨਿਗਾਹ ਮਾਰ ਲੈਣ ਵੀ ਸਾਡੀ ਗਿਣਤੀ ਕਿੰਨੀ ਸੀ। ਅਸੀਂ ਲੋਕਾਂ ਦੇ ਉੱਤੇ ਹੁਣ ਧੱਕੇ ਦੇ ਨਾਲ ਰਾਜ ਭਾਗ ਜਿਹੜਾ ਕਰ ਰਹੇ ਆ। ਇਹਦਾ ਜਿਹੜੀ ਰਜਿਸਟਰੀ ਨਹੀਂ ਕਰਾਈ ਮੋਦੀ ਦੀ। ਇਹ ਇੱਥੋਂ ਬੜੇ ਇੱਥੋਂ ਚਲੇ ਗਏ, ਮੱਸਾ ਰੰਗੜ ਵਰਗੇ, ਅਬਦਾਲੀ ਵਰਗੇ, ਜਹਾਨ ਖਾਨ ਵਰਗੇ, ਜਹੀਆ ਖਾਨ ਵਰਗੇ, ਵਜੀਦਾ ਖਾਨ ਵਰਗੇ, ਮੱਸੇ ਰੰਗੜ ਵਰਗੇ ਇੱਥੋਂ ਤੁਰ ਗਏ ਇੱਥੋਂ ਰਾਜ ਕਰਕੇ। ਤੇ ਪਰ ਇਹਦਾ ਰਾਜ ਆ ਤਾਨਾਸ਼ਾਹੀ, ਉਹ ਨਹੀਂ ਚੱਲੇਗਾ। ਇਹ ਲੋਕ ਆ ਸ਼ਾਂਤੀ ਚਾਹੁੰਦੇ ਆ, ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਹੱਕ ਮੰਗ ਰਹੇ ਆ। ਇਹਨਾਂ ਨੂੰ ਜਿਹੜੇ ਇਹ ਬਾਰਡਰਾਂ ਤੇ ਵੀ ਲੜ ਸਕਦੇ ਆ, ਲੜਨਗੇ ਜਦੋਂ ਲੋੜ ਪਈ, ਜਦੋਂ ਸਾਨੂੰ ਆਵਾਜ਼ ਮਾਰਨਗੇ ਅਸੀਂ ਲੜਾਂਗੇ। ਪਰ ਅਸੀਂ ਆਪਦੇ ਲੋਕਾਂ ਦੇ ਖਿਲਾਫ ਨਹੀਂ ਲੜਦੇ, ਨਾ ਪਾਕਿਸਤਾਨ ਦੇ, ਕਿਉਂਕਿ ਸਾਡਾ ਉਹਨਾਂ ਨਾਲ ਕੋਈ ਨਹੀਂ, ਤੇ ਨਾ ਅਸੀਂ ਚੀਨ ਦੇ ਖਿਲਾਫ। ਤੇ ਕਿਉਂਕਿ ਅਸੀਂ ਉੱਥੇ ਲੜਾਂਗੇ ਜਿੱਥੇ ਸਾਨੂੰ ਪਤਾ ਹੋਇਆ ਵੀ ਜਿੱਥੇ ਸਾਨੂੰ ਵੀ ਮਾਰ ਪੈਂਦੀ ਹੈ। ਤੇ ਇਹਨਾਂ ਦੀ ਲੜਾਈ ਹੋ ਸਕਦੀ ਹੈ। ਇਹ ਕਿਉਂਕਿ ਹਰੇਕ ਨੂੰ ਦਬਾਉਣਾ ਚਾਹੁੰਦੇ ਆ। ਧਾਰਾ 370 ਤੋੜ ਕੇ ਉੱਥੇ ਦਬਾਤਾ, ਉਹਨਾਂ ਦੇ ਹੱਕ ਖੋਲੇ। ਜਦ ਕਿ ਪੰਜਾਬ ਜਿਹੜਾ ਉਹ ਸਟੇਟ ਹੈ, ਇੱਕ ਵੱਖਰੀ ਸਟੇਟ ਹੈ, ਉਹਨੂੰ ਅਧਿਕਾਰ ਮਿਲੇ ਹੋਇਆ। ਇਹਦਾ ਕਾਨੂੰਨ ਉੱਥੇ ਲਾਗੂ ਹੋ ਹੀ ਨਹੀਂ ਸਕਦਾ ਤੇ ਨਾ ਹੀ ਕਿਸਾਨ ਨੇ ਇਹ ਕਾਨੂੰਨ ਮੰਗਿਆ। ਸਵਾਮੀਨਾਥਨ ਦੀ ਰਿਪੋਰਟ ਮੰਗੀ ਸੀ ਕਿਸਾਨ ਨੇ ਤੇ ਉਹ ਦਿੱਤੀ ਨਹੀਂ ਇਹਨਾਂ ਨੇ।
ਨੇ ਤੇ ਜਿਹੜਾ ਕਾਨੂੰਨ ਹੈ ਉਹ ਥੋਪ ਦਿੱਤਾ 3 ਆਰਡੀਨੈਂਸ। ਉਹਦੇ ਨਾਲ ਕਿਸਾਨ ਮਾਰੇ ਜਾਊ, ਮਜ਼ਦੂਰ ਤਬਾਹ ਹੋ, ਟਰਾਂਸਪੋਰਟ ਤਬਾਹ ਹੋ ਜਾਊਗਾ। ਤੇ ਪਹਿਲਾਂ ਇਹਨਾਂ ਨੇ ਸਾਡੇ ਹੈੱਡ ਵਰਕਸ ਖੋਲੇ, ਪੰਜਾਬੀ ਬੋਲਦੇ ਇਲਾਕੇ ਖੋਲੇ, ਚੰਡੀਗੜ੍ਹ ਰਾਜਧਾਨੀ ਖੋਲੀ, ਸਾਡਾ ਆਨੰਦ ਮੈਰਿਜ ਐਕਟ ਖੋਲਿਆ, ਸਾਡੇ ਜਿਹੜੇ ਨੌਜਵਾਨ ਸੀ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਤੇ। ਸੁਪਰੀਮ ਕੋਰਟ ਕੋਈ ਕੇਸ ਨਹੀਂ ਚੱਲਿਆ, ਸਾਡੇ ਧਰਮਾਂ ਦੀ ਬੇਅਦਬੀ ਉੱਥੇ ਕਰਤੀ, ਕੋਈ CBI ਨਹੀਂ ਸੁਣਦਾ, ਸਾਰੇ ਮੂੰਹ ਬੰਦ ਕਰੀ ਬੈਠੇ ਆ। ਅਸੀਂ ਕਿੱਥੇ ਜਾਈਏ, ਕਿੱਥੇ ਜਾ ਕੇ ਅਸੀਂ ਰੋਈਏ ਦੱਸੋ? ਅਸੀਂ ਇੱਥੋਂ ਦੇ ਵਾਸੀ ਆ, ਕਿੱਥੇ ਜਾਈਏ ਅਸੀਂ ਦੱਸੋ? ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਨਵਾਂ ਸਾਲ ਚੜਿਆ, ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੀ ਉਹਨਾਂ ਵਿੱਚ ਗੱਲ ਆਖੀ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਜੋ ਕੁਝ ਵਾਪਰਿਆ ਤਿਰੰਗੇ ਦੇ ਅਪਮਾਨ ਨਾਲ ਦੇਸ਼ ਦੁਖੀ ਹੈਗਾ। ਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ। ਉਹ ਦੁਨੀਆ ਦੇ ਸਾਹਮਣੇ ਸਾਨੂੰ ਵੀਡੀਓ ਵਿਖਾ ਦੇਣਾ ਵੀ ਕਿੱਥੇ ਅਪਮਾਨ ਹੋਇਆ। ਲੋਕ ਸ਼ਾਂਤੀ ਦੇ ਨਾਲ ਉੱਥੇ ਗਏ ਆ, ਪਰੇਡ ਕਰਕੇ ਆਪਣਾ ਆ ਗਏ ਆ। ਉੱਥੇ ਹਰ ਕੇ ਸਾਲ ਦਲ ਪੰਥ ਜਾਂਦੇ ਆ, ਉੱਥੇ ਉਹ ਆਪਦਾ ਦਿਨ ਮਨਾ ਕੇ ਆਉਂਦੇ ਆ। ਹੁਣ ਵੀ ਅਸੀਂ ਜਿਹੜਾ ਆਪਦਾ 26 ਜਨਵਰੀ ਨੂੰ ਤੇ ਗੋਲੀ ਚਲਾ ਹੀ ਨਹੀਂ ਸਕਦੇ। ਕਿਹੜਾ ਕਾਨੂੰਨ ਆਂਦਾ ਵੀ 26 ਜਨਵਰੀ ਨੂੰ ਤਾਂ ਆਜ਼ਾਦ ਹੋਇਆ ਇਹ ਆਂਦੇ? ਕਿਹੜਾ ਕਾਨੂੰਨ ਆ ਸਾਨੂੰ ਆਂਦਾ ਵੀ 26 ਨੂੰ ਕੋਈ ਲਾਠੀ ਚਾਰਜ ਕਰੋ ਮਨੁੱਖਤਾ ਤੇ? ਉਹਦੇ ਤਾਂ ਖੁਸ਼ੀ ਹੁੰਦੀ ਹੈ ਤੇ ਉਹ ਖੁਸ਼ੀ ਦਾ ਇਜ਼ਹਾਰ ਕਰਕੇ ਆਏ ਆ। ਉੱਥੇ ਜਿਹੜਾ ਅਸੀਂ ਪਹਿਲੀ ਗੱਲ ਤਾਂ ਸਾਡਾ ਰੋਸ ਸੀ, ਪਰੇਡ ਪਰੂਡ ਤਾਂ ਸਾਡਾ ਕੋਈ ਨਹੀਂ ਸੀ ਉੱਥੇ, ਰੋਸ ਸੀ ਸਾਡਾ। ਚਲੋ ਠੀਕ ਹੈ, ਕਾਲੇ ਝੰਡੇ ਲਿਜਾਣ ਦਾ ਵੀ ਸਾਡਾ ਚਾਹੀਦਾ ਸੀ ਉੱਥੇ, ਪਰ ਅਸੀਂ ਉੱਥੇ ਗਏ ਆ, ਦੱਸ ਕੇ ਆਏ ਵੀ ਸਾਡੇ ਜਿਹੜੇ ਹੱਕ ਆ ਉਹ ਖੋਏ ਜਾ ਰਹੇ ਆ, ਉਹਨਾਂ ਨੂੰ ਰੱਦ ਕਰੋ। ਉੱਥੇ ਲੋਕ ਸ਼ਾਂਤੀ ਦੇ ਨਾਲ ਗਏ ਆ, ਉੱਥੇ ਕਿਸੇ ਨੇ ਕੋਈ ਹੁੱਲੜਬਾਜ਼ੀ ਨਹੀਂ ਕੀਤੀ। ਜੇ ਕੀਤੀ ਹੈ ਭਾਜਪਾ RSS ਵਾਲਿਆਂ ਨੇ ਕੀਤੀ ਹੈ। ਉੱਥੇ ਬਾਬਾ ਬਘੇਲ ਸਿੰਘ ਵਰਗੇ ਉਹਨਾਂ ਦੇ ਨਾਂ ਤੇ ਜਿਹੜੀਆਂ ਰਜਿਸਟਰੀਆਂ ਉਹਨਾਂ ਦੇ ਨਾਂ ਤੇ ਉੱਥੇ ਚੱਲਦੀਆਂ, ਤੇ 30 ਹਜ਼ਾਰੀ ਅਦਾਲਤ ਆ ਉਹ ਵੀ ਸਾਡੇ ਵੱਡ ਵਡੇਰਿਆਂ ਦੇ ਨਾਂ ਸਾਡੇ ਤੇ। ਅਸੀਂ ਆਪਦੀ ਉੱਥੇ ਗਏ ਆ, ਉੱਥੇ ਜਗ੍ਹਾ ਦੇ ਉੱਤੇ। ਇਹਦੇ ਵਿੱਚ ਐਵੇਂ ਕੋਈ ਵਿਵਾਦ ਦੇ ਵਿੱਚ ਪੈਣ ਦੀ ਲੋੜ ਨਹੀਂ। ਤੁਹਾਨੂੰ ਕੀ ਲੱਗਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਫਿਰ ਬਿਆਨ ਕਿਉਂ ਦਿੱਤਾ? ਜੋ ਤਿਰੰਗਾ ਹੈ ਉਹਦਾ ਅਸੀਂ ਸਨਮਾਨ ਕਰਦੇ ਹਾਂ, ਉਹਦਾ ਸਨਮਾਨ ਹੋਣਾ ਚਾਹੀਦਾ। ਉਹ ਰਾਸ਼ਟਰੀ ਝੰਡਾ ਹੈ, ਉਹਦੇ ਉੱਪਰ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਹੈ, ਉਹਦਾ ਉੱਪਰ ਦਾ ਰੰਗ ਤੇ ਵੀ ਕੇਸਰੀ ਹੈ, ਸੈਂਟਰ ਦੇ ਵਿੱਚ ਆ ਗਿਆ ਸਫੇਦ ਰੰਗ। ਕਾਰਨ ਕੀ ਲੱਗਦਾ ਭਾਰਤ ਦੇ ਪ੍ਰਧਾਨ ਮੰਤਰੀ ਫਿਰ ਦਾ ਬਿਆਨ ਕਿਉਂ ਦੇ ਰਹੇ ਨੇ? ਇਹ ਤੇ ਬਿਆਨ ਵੇਖੋ ਜੀ, ਇਹ ਤੇ ਫਿਰਕਾ ਪ੍ਰਸਤ ਖੁਦ ਕਰ ਰਹੇ ਨੇ ਉਹ ਸਾਨੂੰ। ਅਸੀਂ ਇਸ ਦੇਸ਼ ਦੇ ਵਸਨੀਕ ਹਾਂ, ਇਸ ਦੇਸ਼ 'ਚ ਸ਼ਹੀਦੀਆਂ ਦਿੱਤੀਆਂ ਨੇ। ਸਾਡੇ ਭਗਤ ਸਿੰਘ, ਸਾਡੇ ਊਧਮ ਸਿੰਘ, ਸਾਡੇ ਕਰਤਾਰ ਸਿੰਘ ਸਰਾਭਾ, ਹਾਂਜੀ, ਜਿੰਨੇ ਵੀ ਇੱਥੇ ਹੈਗੇ ਨੇ, ਜਾਂ ਮੁਸਲਮਾਨ ਵੀਰ ਨੇ, ਜਾਂ ਹਿੰਦੂ ਵੀਰ ਨੇ, ਜਾਂ ਸਿੱਖ ਵੀਰ ਨੇ, ਉਹਨਾਂ ਸਭ ਨੇ ਇਸ ਦੇਸ਼ ਵਾਸਤੇ, ਇਸ ਮਿੱਟੀ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ। ਸਾਨੂੰ ਤੇ ਇਹ ਵੀ ਬੜਾ ਦੁੱਖ ਹੈ ਕਿ ਜਿਨ੍ਹਾਂ ਨੇ ਜਿਹੜੀਆਂ ਸਾਡੀਆਂ ਜ਼ਮੀਨਾਂ ਦਾ ਖੋਹਣ ਦਾ ਕਰ ਰਹੇ ਨੇ, ਇਸ ਦੇਸ਼ ਦੇ ਵਸਨੀਕ ਹੋ ਗਏ। ਇਹ ਜਿਹੜੀ ਇਹ ਅਕਾਲ ਪੁਰਖ ਦੀ ਫੌਜ ਹੈ। ਅਕਾਲ ਪੁਰਖ ਮੀਨਿੰਗ ਵਾਹਿਗੁਰੂ, ਖੁਦਾ, ਰਾਮ ਨੂੰ ਕੁਝ ਵੀ ਕਹਿ ਦਈਏ, ਇਹ ਫੌਜ ਉਹਨਾਂ ਦੀ ਹੈ ਜੀ। ਇਹ ਫੌਜ ਕੋਈ ਵੇਖੋ ਜੀ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਇਹ ਕੋਈ ਵਿਤਕਰੇ ਵਾਲੀ ਫੌਜ ਥੋੜੀ ਹੈ। ਇਹ ਤੇ ਸਭ ਨੂੰ ਏਕਤਾ ਦੇਣ ਵਾਲੀ ਹੈ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਅਖੀਰ ਦੇ ਵਿੱਚ ਗੱਲਬਾਤ ਬੰਦ ਪਈ ਹੈ ਕਿਸਾਨ ਜਥੇਬੰਦੀਆਂ ਦੇ ਨਾਲ ਕੇਂਦਰ ਸਰਕਾਰ ਦੀ, ਤੇ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਜ, ਕਿਉਂਕਿ ਜਿਹੜੀ ਗੱਲਬਾਤ ਨਾਲ ਹੀ ਮਸਲੇ ਦਾ ਹੱਲ ਹੋਣਾ ਹੈਗਾ? ਵੇਖੋ ਜੀ, ਅਸੀਂ ਤੇ ਮੋਦੀ ਸਾਹਿਬ ਨੂੰ ਬਾਰ-ਬਾਰ ਅਪੀਲ ਇਹੀ ਕਰਦੇ ਹਾਂ ਕਿ ਜਿਹੜੀ ਪ੍ਰਜਾ ਹੁੰਦੀ ਆ, ਉਹ ਦੇਸ਼ ਦੇ ਜਿਹੜੀ ਪ੍ਰਜਾ ਨਾ, ਅਸੀਂ ਤਾਂ ਉਹਦੀ ਪ੍ਰਜਾ ਵਾਂ, ਅਸੀਂ ਉਹਦੇ ਬੱਚੇ ਹਾਂ। ਜਿਹੜੀ ਅਸਲ ਸਰਕਾਰ ਹੁੰਦੀ ਆ ਨਾ, ਜਿਹੜੇ ਸਰਕਾਰ ਦੇ ਵਿੱਚ ਸਰਕਾਰ ਨੂੰ ਚਲਾਉਂਦੇ ਨੇ, ਉਹਨਾਂ ਦੀ ਇਹ ਪ੍ਰਜਾ ਏ, ਤੇ ਪ੍ਰਜਾ ਦੁਖੀ ਹੈ। ਤੇ ਵੇਖੋ ਜੀ, ਤੁਸੀਂ ਉੱਥੇ ਭਾਵੇਂ ਅੰਦਰ AC 'ਚ ਕਮਰੇ 'ਚ ਬੈਠੇ ਜੇ, ਭਾਵੇਂ ਤੁਸੀਂ ਆਪਣੇ ਮਖਮਲੀ ਰਜਾਈਆਂ 'ਚ ਬੈਠੇ ਜੇ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਊਗੀ। ਕਿਉਂ? ਜਦੋਂ ਸਾਡੇ ਬੱਚੇ, ਜਿਉਂ ਕਿਸੇ ਬਾਪ ਦੇ ਬੱਚੇ ਦੁਖੀ ਹੋਣਗੇ ਤੇ ਉਹ ਬਾਪ ਨੂੰ ਰਾਤ ਨੂੰ ਨੀਂਦ ਨਹੀਂ ਆਊਗੀ। ਇਹ ਕਿਸਾਨ ਲੋਕ ਨੇ, ਇਹ ਕੋਈ ਗਲਤ ਕੰਮ ਕਰਨ ਵਾਲੇ ਨਹੀਂ, ਇਹ ਕੋਈ ਸਮਗਲਰ ਨਹੀਂ, ਇਹ ਕੋਈ ਆਤੰਕਵਾਦੀ ਨਹੀਂ, ਇਹ ਕੋਈ ਖਾਲਿਸਤਾਨੀ ਨਹੀਂ। ਜਿਹੜਾ ਖਾਲਿਸਤਾਨ ਜਾਂ ਮਾਓਵਾਦੀ ਜਾਂ ਦੂਜੇ ਤੀਜੇ ਬਾਰ-ਬਾਰ ਸਾਨੂੰ ਜੋੜਦੇ ਨੇ, ਉਹ ਇਹਨਾਂ ਦੀਆਂ ਆਪਣੀਆਂ ਬਣਾਈਆਂ ਹੋਈਆਂ ਗੱਲਾਂ ਨੇ। ਇੱਥੇ ਕੋਈ ਆਤੰਕਵਾਦੀ ਨਹੀਂ ਹੈਗਾ, ਇੱਥੇ ਕੋਈ ਮਾਓਵਾਦੀ ਨਹੀਂ ਹੈਗਾ। ਇਹ ਹਿੰਦੁਸਤਾਨ, ਇਹ ਭਾਰਤ ਵਰਸ਼, ਹਿੰਦੁਸਤਾਨ ਨਹੀਂ, ਭਾਰਤ ਵਰਸ਼, ਇਹ ਭਾਰਤ ਵਰਸ਼ ਦੇ ਵਸਨੀਕ ਨੇ। ਹਾਂਜੀ, ਇਹ ਇੱਥੋਂ ਦੀ ਪ੍ਰਜਾ ਹੋਏ, ਇਹਨਾਂ ਦੇ ਦਾਦੇ ਪੜਦਾਦੇ, ਕਿਸੇ ਨੂੰ ਪੁੱਛ ਕੇ ਵੇਖ ਲਓ, ਇਹ ਇੱਥੋਂ ਦੇ ਪੱਕੇ ਨੇ, ਇੱਥੇ ਹੀ ਰਹਿਣ ਵਾਲੇ ਨੇ। ਸੋ ਤੁਸੀਂ ਦੇਖਿਆ ਕਿ ਜਿਹੜੇ ਕਿਸਾਨ ਹੈਗੇ ਨੇ ਇੱਥੇ, ਜਿਹੜੇ ਨਿਹੰਗ ਸਿੰਘਾਂ ਦੀ ਫੌਜਾਂ ਪਹਿਲੇ ਦਿਨ ਤੋਂ ਇੱਥੇ ਡਟੀਆਂ ਹੋਈਆਂ ਨੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਸ਼ਾਂਤਮਈ ਬੈਠੇ ਹੋਏ ਹਾਂ, ਕੇਂਦਰ ਸਰਕਾਰ ਨੂੰ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ। ਖਾਸ ਤੌਰ 'ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦੇਸ਼ ਦੀ ਜਨਤਾ ਹੀ ਦੁਖੀ ਹੈਗੀ ਹੈ, ਤਾਂ ਜਿਹੜਾ ਇੱਕ ਰਾਜਾ ਹੁੰਦਾ ਉਸ ਦਾ ਪੂਰਾ ਜ਼ਿੰਮੇਵਾਰੀ ਹੁੰਦੀ ਹੈ ਉਸ ਦੀ ਕਿ ਉਹ ਦੇਸ਼ ਦੀ ਜਿਹੜੀ ਜਨਤਾ ਹੈਗੀ ਹੈ ਉਹਨਾਂ ਦੀਆਂ ਮੁਸੀਬਤਾਂ ਦਾ ਹੱਲ ਲੱਭੇ। ਲੇਕਿਨ 70 ਤੋਂ ਵੱਧ ਦਿਨ ਹੋ ਚੁੱਕੇ ਨੇ ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨਾਂ ਨੂੰ ਬੈਠਿਆਂ ਨੂੰ, ਤੇ ਉੱਤੋਂ ਜਿਹੜੀ ਬੈਰੀਕੇਡਿੰਗ ਹੈਗੀ ਹੈ ਹੋਰ ਜ਼ਿਆਦਾ ਸਖਤ ਕਰ ਦਿੱਤੀ ਗਈ ਹੈ। ਕਿਸਾਨਾਂ ਦੇ ਰਾਹ ਦੇ ਵਿੱਚ ਕਿੱਲ ਵਿਛਾ ਦਿੱਤੇ ਗਏ ਨੇ, ਕੰਡਿਆਲੀਆਂ ਤਾਰਾਂ ਵਿਛਾ ਦਿੱਤੀਆਂ ਗਈਆਂ ਨੇ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਹੌਸਲੇ ਪੂਰੇ ਬੁਲੰਦ ਹੈਗੇ ਨੇ, ਅਸੀਂ ਮੋਰਚਾ ਜਿਹੜਾ ਹੈਗਾ ਉਹ ਫਤਿਹ ਕਰਕੇ ਜਾਵਾਂਗੇ। ਸਿੰਘੂ ਬਾਰਡਰ ਤੋਂ ਕੈਮਰਾਮੈਨ ਵੇਦਰਾਮ ਦੇ ਨਾਲ ਅਮਨ ਮੋਹਨ ਮੋਹਜਾਦ ਦੀ ਰਿਪੋਰਟ, ਹਮਦਰਦ TV।